ਆਰਥਿਕ ਤੰਗੀ ਨਾਲ ਜੂਝ ਰਿਹਾ ਵਾ। ਸੋ ਸ਼੍ਰੀਲੰਕਾ 'ਚ ਇਸ ਵੇਲੇ ਆਰਥਿਕ ਐਮਰਜੈਂਸੀ ਐਲਾਨ ਕਰ ਦਿੱਤਾ ਗਿਆ ਵਾ। ਸੋ ਇਸ ਦੇ ਨਾਲ ਭਾਰਤ ਦੀ ਇੰਡਸਟਰੀ ਦੇ ਵਿੱਚ ਵੀ ਵੱਡਾ ਅਸਰ ਦੇਖਣ ਨੂੰ ਮਿਲ ਰਿਹਾ ਵਾ। ਪੰਜਾਬ ਦੇ ਵਿੱਚ ਜਿਹੜੀ ਕਿ ਖੇਲ ਇੰਡਸਟਰੀ ਆ, ਚਾਹੇ ਉਹ ਸਿਲਾਈ ਇੰਡਸਟਰੀ ਆ, ਉਸ ਦਾ ਕਾਰੋਬਾਰ ਬਹੁਤ ਵੱਡਾ ਜਿਹੜਾ ਵਾ ਸ਼੍ਰੀਲੰਕਾ ਦੇ ਨਾਲ ਸੰਪਰਕ ਦੇ ਵਿੱਚ ਆ। ਸੋ ਪੰਜਾਬ ਦੀ ਇੰਡਸਟਰੀ ਦਾ ਕਰੀਬ 50 ਕਰੋੜ ਰੁਪਇਆ ਸ਼੍ਰੀਲੰਕਾ ਦੇ ਵਿੱਚ ਫਸ ਚੁੱਕਾ ਵਾ। ਸੋ ਮੇਰੇ ਨਾਲ ਸਿਲਾਈ ਇੰਡਸਟਰੀ ਦੇ ਜਿਹੜੇ ਪ੍ਰਧਾਨ ਨੇ ਉਹ ਮੌਜੂਦ ਨੇ, ਜਗਬੀਰ ਸਿੰਘ ਸੋਖੀ ਜੀ, ਗੱਲਬਾਤ ਕਰਾਂਗੇ। ਸੋਖੀ ਜੀ, ਸ਼੍ਰੀਲੰਕਾ 'ਚ ਇਸ ਵਕਤ ਆਰਥਿਕ ਸੰਕਟ ਬੜਾ ਚੱਲ ਰਿਹਾ ਵਾ, ਐਮਰਜੈਂਸੀ ਐਲਾਨ ਕਰ ਦਿੱਤਾ ਗਿਆ ਵਾ। ਕਿਸ ਤਰ੍ਹਾਂ ਦੇਖਦੇ ਹੋ, ਕਿੰਨੀ ਕੁ ਵੱਡੀ ਇੰਡਸਟਰੀ ਜਿਹੜੀ ਆ ਪੰਜਾਬ 'ਚ ਜਿਹੜਾ ਕਾਰੋਬਾਰ ਕਰਦੀ ਹੈ ਸ਼੍ਰੀਲੰਕਾ ਦੇ ਨਾਲ? ਦੇਖੋ ਹੁਣ ਕਿਉਂਕਿ ਜਿਹੜਾ ਹੁਣ ਦਾ ਸਮਾਂ ਜਿਹੜਾ ਵਕਤ ਚੱਲ ਰਿਹਾ, ਸਮੁੱਚਾ ਜਿਹੜਾ ਸਾਡਾ ਯੂਨੀਵਰਸ ਹੈ, ਸਾਰੀ ਦੁਨੀਆ ਜਿਹੜੀ ਇੱਕ ਗਲੋਬਲ ਪਿੰਡ ਹੈ। ਕਿਸੇ ਵੀ ਕੰਟਰੀ ਦੇ ਵਿੱਚ, ਕਿਸੇ ਵੀ ਸਾਡੇ ਕੌਂਟੀਨੈਂਟ ਜਾਂ ਸਬ ਕੌਂਟੀਨੈਂਟ 'ਚ ਕੋਈ ਵੀ ਅਨਰੈਸਟ ਹੁੰਦੀ ਹੈ ਤਾਂ ਉਹਦਾ ਇਫੈਕਟ ਕਰੀਬ ਸਾਰੇ ਸੰਸਾਰ 'ਤੇ ਹੁੰਦਾ। ਸ਼੍ਰੀਲੰਕਾ ਕਿਉਂਕਿ ਸਾਡਾ ਇਮੀਡੀਏਟ ਦੇਸ਼ ਹੈ ਔਰ ਸਾਡੀ ਉਹਨਾਂ ਨਾਲ ਤਜਾਰਤੀ ਸੰਬੰਧ ਚੰਗੇ ਰਹੇ ਆ, ਔਰ ਉਹਨਾਂ ਦੇ ਆਰਥਿਕ ਹਾਲਾਤ ਵਿਗੜਨ ਕਰਕੇ, ਔਰ ਮੈਂ ਸਮਝਦਾ ਕਿ ਚਾਈਨਾ ਦੀ ਵੱਡੀ ਦਖਲਅੰਦਾਜ਼ੀ, ਦੂਸਰਾ ਕਰੋਨਾ ਮਹਾਮਾਰੀ ਕਰਕੇ, ਕਿਉਂਕਿ ਸ਼੍ਰੀਲੰਕਾ ਦਾ ਜਿਹੜਾ ਬੇਸਿਕ ਇੰਡਸਟਰੀ ਹੈ ਉਹ ਟੂਰਿਜ਼ਮ ਇੰਡਸਟਰੀ ਹੈ। ਉੱਥੇ ਟੂਰਿਸਟ ਘਟ ਗਏ ਔਰ ਕੁਝ ਉਹਦੀਆਂ ਸਰਕਾਰ ਦੀਆਂ ਆਪਣੀਆਂ ਪਾਲਿਸੀਜ਼ ਜਿਹੜੀਆਂ ਰਾਜਪਕਸ਼ੇ ਸਰਕਾਰ ਦੀਆਂ, ਆਮ ਇਹ ਗੱਲ ਕਹੀ ਜਾ ਰਹੀ ਹੈ ਕਿ ਦੋ ਖਾਨਦਾਨਾਂ ਰਲ ਕੇ ਸ਼੍ਰੀਲੰਕਾ ਡੁਬੋ ਲਿਆ, ਔਰ ਉਹ ਵੀ ਕੋਈ ਗਲਤੀ ਹੋਈ ਹੈ। ਇਸ ਕਰਕੇ ਸ਼੍ਰੀਲੰਕਾ ਦੀ ਜਿਹੜੀ ਅਨਰੈਸਟ ਹੋਈ ਹੈ ਔਰ ਉਹਦੀ ਆਰਥਿਕ ਐਮਰਜੈਂਸੀ ਲੱਗੀ ਕਰਕੇ ਸਾਡੇ ਪਾਰਟੀਕੂਲਰ ਪੰਜਾਬ ਦੇ ਵਿੱਚ ਔਰ ਲੁਧਿਆਣੇ ਦੇ ਵਿੱਚ, ਕਿਉਂਕਿ ਲੁਧਿਆਣਾ ਸਾਡਾ ਹੈਗਾ ਸਿਲਾਈ ਮਸ਼ੀਨ ਦਾ ਗੜ੍ਹ ਹੈ। ਬੇਸਿਕ ਸਿਲਾਈ ਮਸ਼ੀਨ ਜਿਹੜੀ ਸਾਰੀ ਬਣਦੀ ਇੱਥੋਂ ਜਾਂਦੀ ਹੈ। ਸਾਡੀ ਬਟਨ ਹੋਲ ਮਸ਼ੀਨ, ਸਾਡੀ ਉਹਦੇ ਨਾਲ ਜਿਹੜੀ ਦੂਸਰੀ ਹੈ ਓਵਰਲਾਕ ਔਰ ਬੈਕ ਕਲੋਜ਼ਰ ਮਸ਼ੀਨ, ਜਿਹੜੀ ਸਾਡੀ ਵੱਡੀ ਗਿਣਤੀ 'ਚ ਉੱਥੇ ਜਾਂਦੀ ਸੀ, ਉਹ ਮਸ਼ੀਨ ਸਾਡੀ ਰੁਕੀ ਹੈ ਔਰ ਉਹਨਾਂ ਨਾਲ ਸਾਡੇ ਪੈਸੇ ਵੀ ਰੁਕੇ ਆ। ਜਿੰਨੇ ਕਿ ਸਾਨੂੰ ਸਾਡੀ ਐਕਸਪੋਰਟਰਸ ਦੀ ਨੌਲੇਜ ਮਿਲਦੀ ਹੈ, ਕਰੀਬ 20 ਤੋਂ 25 ਕਰੋੜ ਦਾ ਜਿਹੜਾ ਸਾਡਾ ਕਾਰੋਬਾਰ ਹੈ ਉਹ ਨਾਲ ਪ੍ਰਭਾਵਿਤ ਹੋਇਆ। ਔਰ ਨੈਚੁਰਲੀ ਗੱਲ ਆ, ਉਧਰੋਂ ਰਸ਼ੀਆ ਔਰ ਯੂਕਰੇਨ ਦਾ ਚੱਲ ਰਿਹਾ ਕਰਕੇ ਰੇਟਸ ਬੜੇ ਅਪ ਹੋਏ ਨੇ, ਪੈਟਰੋਲੀਅਮ ਪ੍ਰੋਡਕਟਸ ਵਧੇ ਆ, ਸਟੀਲ ਪ੍ਰੋਡਕਟ ਔਰ ਕੈਮੀਕਲ ਸਾਰੇ ਮਹਿੰਗੇ ਹੋਏ ਆ, ਔਰ ਉਹਨਾਂ ਨਾਲ ਜਿਹੜੀ ਸਾਡੀ ਇੱਕ ਮੰਡੀ ਸੀ ਉਹ ਸਾਡੇ ਕੋਲੋਂ ਉੱਥੇ ਸਾਡਾ ਵਪਾਰ ਘਟਿਆ ਤੇ ਨੁਕਸਾਨ ਤਾਂ ਸਾਨੂੰ ਹੋਇਆ। ਨੁਕਸਾਨ ਜਿਵੇਂ ਤੁਸੀਂ ਦੱਸਿਆ ਕਿ 8 ਤੋਂ 10 ਕਰੋੜ ਦਾ ਕਰੀਬ ਨੁਕਸਾਨ ਜਿਹੜਾ ਹੋਇਆ ਵਾ। ਸੋ ਆਉਣ ਵਾਲੇ ਸਮੇਂ 'ਚ ਕਿੰਨਾ ਕੁ ਵੱਡਾ ਸੰਕਟ ਜਿਹੜਾ ਵਾ ਇੰਡਸਟਰੀ ਨੂੰ ਪੈ ਸਕਦਾ ਵਾ? ਜਿਵੇਂ ਕਿ ਜਲੰਧਰ ਦੀ ਖੇਲ ਇੰਡਸਟਰੀ ਆ, ਉਹਦਾ ਵੀ ਨੁਕਸਾਨ ਹੋ ਰਿਹਾ ਵਾ, ਆਟੋ ਪਾਰਟਸ ਦਾ ਨੁਕਸਾਨ ਹੋ ਰਿਹਾ ਵਾ, ਸਿਲਾਈ ਮਸ਼ੀਨ ਜਿਹੜੀ ਲੁਧਿਆਣਾ ਦੀ ਵੱਡੀ ਇੰਡਸਟਰੀ ਆ, ਉਹਦੇ ਵਾਸਤੇ ਆਉਣ ਵਾਲੇ ਸਮੇਂ 'ਚ ਕਿੰਨਾ ਕੁ ਨੁਕਸਾਨ ਹੋਰ ਝੇਲਣਾ ਪੈ ਸਕਦਾ ਵਾ? ਦੇਖੋ ਅੱਜ ਦੇ ਸਮੇਂ ਦੇ ਵਿੱਚ ਤਾਂ ਇਹ ਨੁਕਸਾਨ ਬਹੁਤ ਵੱਡਾ ਗਿਣਿਆ ਜਾਊਗਾ, ਕਿਉਂਕਿ ਰਾ ਮਟੀਰੀਅਲ ਦੇ ਵੱਡੇ ਮਹਿੰਗੇ ਹੋ ਰਹੇ ਆ। ਔਰ ਕਰੋਨਾ ਤੋਂ ਬਾਅਦ ਇੱਕ ਵਾਰੀ ਜਿਸ ਤਰ੍ਹਾਂ ਬਾਜ਼ਾਰ ਬਹੁਤ ਵੱਡੇ ਪੱਧਰ ਤੇ ਉੱਠਿਆ ਸੀ, ਹੁਣ ਬਾਜ਼ਾਰ ਦੇ ਵਿੱਚ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਘੋਰ ਮੰਦਾ ਹੈ, ਬਹੁਤ ਜ਼ਿਆਦਾ ਬਾਜ਼ਾਰ ਜਿਹੜਾ ਹੈਗਾ ਪਿੱਛੇ ਨੂੰ ਜਾ ਰਿਹਾ। ਬਾਜ਼ਾਰ 'ਚ ਡਿਮਾਂਡ ਨਹੀਂ ਹੈ, ਡਿਮਾਂਡ ਨਾ ਹੋਣ ਕਰਕੇ ਤੇ ਸ਼੍ਰੀਲੰਕਾ ਦੀ ਜਿਹੜੀ ਡਿਮਾਂਡ ਉਹ ਵੀ ਖਤਮ ਹੋਣ ਕਰਕੇ, ਔਰ ਨਾਲ ਜਿੱਦਾਂ ਦੇ ਹਾਲਾਤ ਪਾਕਿਸਤਾਨ 'ਚ ਬਣਦੇ ਜਾ ਰਹੇ ਆ, ਭਾਵੇਂ ਸਾਡੀਆਂ ਕਾਫੀ ਟ੍ਰੇਡ ਪਾਕਿਸਤਾਨ ਡਾਇਰੈਕਟ ਨਹੀਂ ਹੈਗੇ, ਬਟ ਫਿਰ ਵੀ ਬਾਇਆ ਦੁਬਈ ਉਹ ਟ੍ਰੇਡ ਕਾਫੀ ਹੁੰਦਾ ਸੀ, ਉਹ ਵੀ ਰੁਕਿਆ ਕਰਕੇ ਸਾਨੂੰ ਇੱਥੇ ਭੁਗਤਾਨ ਦੀ ਸਮੱਸਿਆ ਔਰ ਸਾਨੂੰ ਵਰਕਰਸ ਨੂੰ ਰੁਜ਼ਗਾਰ ਦੇਣ ਦੀ ਸਮੱਸਿਆ ਜਿਹੜੀ ਹੈਗੀ ਆ ਦਿਨ ਬ ਦਿਨ ਫੇਸ ਕਰਨੀ ਪੈ ਰਹੀ ਹੈ ਕਿ ਗੰਭੀਰ ਹੋ ਰਿਹਾ ਕੰਮ। ਸੋ ਜਿਵੇਂ ਕਿ ਨੁਕਸਾਨ ਆਉਣ ਵਾਲੇ ਸਮੇਂ, ਜਿਵੇਂ ਤੁਸੀਂ ਦੱਸਿਆ ਕਿ ਕਿੰਨਾ ਕੁ ਸੰਕਟ ਜਿਹੜਾ ਪੈਦਾ ਹੋ ਸਕਦਾ ਵਾ, ਲੁਧਿਆਣਾ ਦੀ ਜਿਹੜੀ ਸਿਲਾਈ ਇੰਡਸਟਰੀ ਹੈਗੀ, ਕਿੱਥੇ ਕਿੱਥੇ ਸਿਲਾਈ ਮਸ਼ੀਨਾਂ ਜਿਹੜੀਆਂ ਭੇਜਦੀ ਆ ਵਾ ਸ਼੍ਰੀਲੰਕਾ ਤੋਂ? ਅਗਰ ਇਸ ਤਰ੍ਹਾਂ ਦਾ ਨੁਕਸਾਨ ਝੇਲਣਾ ਪੈ ਜਾਂਦਾ ਵਾ ਤੇ ਕਿੱਥੋਂ ਇਹ ਭਰਪੂਰ ਜਿਹੜਾ ਵਾ ਕਰ ਸਕਦੀ ਸਿਲਾਈ ਇੰਡਸਟਰੀ ਜਿਹੜੀ ਹੈ? ਨਹੀਂ, ਅੱਜ ਦੇ ਸਮੇਂ 'ਚ ਇਹਦੀ ਭਰਪਾਈ ਕਰਨੀ ਔਖੀ ਹੈ। ਚਲੋ ਠੀਕ ਆ, ਸਾਡੇ ਕੋਲ ਇੱਕੋ ਇੱਕ ਗੁੱਡ ਪੁਆਇੰਟ ਆ ਕਿ ਇੱਕ ਤਾਂ ਸਾਡੀ ਜਿਹੜੀ ਇੰਡੀਅਨ ਸਾਡੀ ਇਕੋਨਮੀ ਆ ਉਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਸਹੀ ਟ੍ਰੇਡ ਕਰ ਰਹੀ ਹੈ। ਇੰਡੀਅਨ ਇਕੋਨਮੀ ਨੂੰ ਬੜੇ ਲੰਬੇ ਸਮੇਂ 'ਚ ਕੋਈ ਸਾਨੂੰ ਗੰਭੀਰ ਸਮੱਸਿਆ ਨਜ਼ਰ ਨਹੀਂ ਆਉਂਦੀ। ਬਟ ਜਿਸ ਤਰੀਕੇ ਨਾਲ ਸ਼੍ਰੀਲੰਕਾ ਦਾ ਇਹ ਹੋਇਆ ਜਾਂ ਪਾਕਿਸਤਾਨ 'ਚ ਹੋ ਰਿਹਾ, ਅਫਗਾਨਿਸਤਾਨ 'ਚ ਹੋਇਆ, ਕਿਉਂਕਿ ਸਾਡੀ ਸਿਲਾਈ ਮਸ਼ੀਨ ਇਹਨਾਂ ਕੰਟਰੀਜ਼ ਦੇ ਵਿੱਚ ਕਾਫੀ ਜ਼ਿਆਦਾ ਗਿਣਤੀ 'ਚ ਜਾਂਦੀ ਸੀ, ਜਾਂ ਸਿਲਾਈ ਮਸ਼ੀਨ ਸਪੇਅਰ ਪਾਰਟ ਜਾਂਦੇ ਸੀ। ਜਿਸ ਤਰ੍ਹਾਂ ਸਿੰਗਰ ਇੰਡੀਆ ਨੇ ਆਪਣਾ ਇੱਕ ਯੂਨਿਟ ਐਸਟੈਬਲਿਸ਼ ਕੀਤਾ ਸ਼੍ਰੀਲੰਕਾ ਦੇ ਵਿੱਚ, ਉਹਨੂੰ ਵੀ ਸਪੇਅਰ ਪਾਰਟਸ ਚਾਹੀਦੇ ਆ, ਸਾਡੇ ਸਪੇਅਰ ਪਾਰਟਸ ਜਾਂਦੇ ਸੀ। ਉਹ ਭਰਪਾਈ ਹੋਣੀ ਤਾਂ ਮੁਸ਼ਕਿਲ ਹੈ, ਨੁਕਸਾਨ ਹੀ ਹੋਊਗਾ। ਜੇ ਮੈਂ ਕਹਾਂ ਕਿ ਅਸੀਂ ਉਹਨੂੰ ਕਿਸੇ ਦੂਜੇ ਪਾਸਿਓਂ ਕਵਰ ਅਪ ਕਰ ਸਕਦੇ ਹਾਂ, ਕਵਰ ਅਪ ਨਹੀਂ ਹੋ ਸਕਣਾ। ਤੁਸੀਂ ਪ੍ਰੈਜ਼ੀਡੈਂਟ ਹੈਗੇ ਹੋ, ਸਿਲਾਈ ਇੰਡਸਟਰੀ ਦੇ ਹੈਗੇ ਪ੍ਰੈਜ਼ੀਡੈਂਟ ਹੋ, ਸੋ ਕਿਹੜੀ ਇੰਡਸਟਰੀ ਜਿਹੜੀ ਲੁਧਿਆਣਾ ਤੋਂ ਇਲਾਵਾ ਹੋਰ ਵੀ ਕੋਈ ਇੰਡਸਟਰੀ ਜਿਹੜੀ ਇੱਥੋਂ ਦੀ ਸਮਾਨ ਭੇਜ ਰਹੀ ਆ? ਸਿਲਾਈ ਇੰਡਸਟਰੀ ਹੋਰ ਕਿੱਥੇ ਕਿੱਥੇ ਹੈਗੀ ਜਿਹੜੀ? ਦੇਖੋ ਬੇਸਿਕਲੀ ਸਿਲਾਈ ਮਸ਼ੀਨ ਇੰਡਸਟਰੀ ਜਿਹੜੀ ਹੈਗੀ ਆ, ਇੰਡਸਟਰੀ ਮੇਨ ਲੁਧਿਆਣੇ 'ਚ ਆ। ਲੁਧਿਆਣਾ ਔਰ ਕੁਝ ਸਾਡੇ ਨਾਲ ਦੇ ਕਸਬਿਆਂ ਦੇ ਵਿੱਚ ਇੰਡਸਟਰੀ ਕੰਮ ਕਰਦੀ ਆ। ਜਿਹੜੇ ਇਹਦੇ ਸਾਡੇ ਬਾਇਰਸ ਨੇ, ਬਾਇਰ ਥਰੂ ਆਊਟ ਇੰਡੀਆ ਵੀ ਹੈਗੇ ਆ, ਮਿਡਲ ਈਸਟ ਸਾਡਾ ਚੰਗਾ ਬਾਇਰ ਆ। ਔਰ ਕੋਈ ਸ਼ੱਕ ਨਹੀਂ, ਸਾਨੂੰ ਪਿਛਲੇ 10-15 ਸਾਲਾਂ 'ਚ ਚਾਈਨਾ ਨੇ
ਬਹੁਤ ਵੱਡਾ ਸਾਡੇ ਸਾਹਮਣੇ ਇੱਕ ਥ੍ਰੈਟ ਬਣ ਕੇ ਖੜਾ ਹੋਇਆ, ਕਿਉਂਕਿ ਚਾਈਨਾ ਦਾ ਪ੍ਰੋਡਕਟ ਚੀਪ ਵੀ ਹੈ, ਸਸਤਾ ਵੀ ਹੈ, ਔਰ ਉੱਥੋਂ ਦੀ ਸਰਕਾਰ ਉਹਨਾਂ ਨੂੰ ਬਹੁਤ ਜ਼ਿਆਦਾ ਸਹੂਲਤਾਂ ਵੀ ਦਿੰਦੀ ਆ। ਔਰ ਚਾਈਨਾ ਫੇਮਸ ਆ ਕੱਟ ਥਰੋਟ ਕੰਪੀਟੀਸ਼ਨ ਵਾਸਤੇ। ਉਹ ਇੱਕ ਪ੍ਰੋਡਕਟ ਦੇ ਰੇਟ ਘਟਾ ਕੇ ਦੂਸਰੇ ਦੇ ਵਧਾ ਕੇ ਵੀ ਉਹ ਬਾਜ਼ਾਰ 'ਚ ਕੰਪੀਟ ਕਰਦਾ। ਇਸ ਕਰਕੇ ਸਾਨੂੰ ਕਾਫੀ ਜ਼ਿਆਦਾ ਚੈਲੰਜਸ ਹੋਏ ਨੇ। ਅਸੀਂ ਕੇਵਲ ਤੇ ਕੇਵਲ ਡੋਮੈਸਟਿਕ ਮਾਰਕੀਟ ਦੇ ਉੱਤੇ ਹੀ ਬੈਠੇ ਹਾਂ। ਡੋਮੈਸਟਿਕ ਮਾਰਕੀਟ ਵੀ ਸਾਡੀ ਜਿਸ ਤਰ੍ਹਾਂ ਹੁਣ ਕਣਕ ਦਾ ਸੀਜ਼ਨ ਹੈ, ਇਸ ਤੋਂ ਬਾਅਦ ਮਾਰਕੀਟ ਉੱਠੇਗੀ, ਉਹਦੇ ਨਾਲ ਹੀ ਬਰਸਾਤੀ ਸੀਜ਼ਨ ਆ ਜਾਂਦਾ, ਮਾਰਕੀਟ ਡਾਊਨ ਹੋ ਜਾਂਦੀ ਹੈ। ਉਹਨਾਂ ਸਮੇਂ 'ਚ ਅਸੀਂ ਆਪਣਾ ਪ੍ਰੋਡਕਟ ਚਾਹੇ ਸ੍ਰੀਲੰਕਾ ਭੇਜੀਏ, ਚਾਹੇ ਬਾਇਆ ਮੀਡੀਆ ਅਫਗਾਨਿਸਤਾਨ ਨੂੰ ਭੇਜੀਏ ਜਾਂ ਮਿਡਲ ਈਸਟ ਨੂੰ ਭੇਜੀਏ, ਅਸੀਂ ਉਹੀ ਭੇਜ ਸਕਦੇ ਹਾਂ। ਉਹ 'ਚ ਵੀ ਸਾਨੂੰ ਇੱਕ ਸਮੱਸਿਆ ਜ਼ਰੂਰ ਹੈ। ਭਾਰਤ ਸਰਕਾਰ ਨੂੰ ਸਾਡੀ ਇਹ ਬੇਨਤੀ ਅਸੀਂ ਬੜੇ ਲੰਬੇ ਸਮੇਂ ਤੋਂ ਕਰਦੇ ਆ ਰਹੇ ਹਾਂ ਕਿ ਸਾਨੂੰ ਜਿਹੜਾ ਡਿਊਟੀ ਡਰਾਬੈਕਸ ਮਿਲਦਾ ਹੁੰਦਾ ਸੀ, ਸਾਡੇ ਸਿਲਾਈ ਮਸ਼ੀਨ ਦੇ ਕਾਫੀ ਪ੍ਰੋਡਕਟਸ ਤੇ ਮਿਲਦਾ ਸੀ, ਉਹ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਬੰਦ ਕੀਤਾ ਗਿਆ, ਉਹ ਨਾਲ ਮੈਂ ਸਮਝਦਾ ਕਿ ਸਾਨੂੰ ਇਹ ਸਾਰੇ ਜਿਹੜੇ ਇੰਟਰਨੈਸ਼ਨਲ ਸੰਕਟ ਹੋ ਰਹੇ ਆ, ਇਹ ਨਾਲ ਸਾਡੀ ਇੰਡਸਟਰੀ ਸਭ ਤੋਂ ਪਹਿਲਾਂ, ਕਿਉਂਕਿ ਛੋਟੀ ਇੰਡਸਟਰੀ ਹੈ, ਟਾਈਨੀ ਔਰ ਮਾਈਕਰੋ ਯੂਨਿਟਸ ਨੇ ਜ਼ਿਆਦਾ ਇਹਦੇ 'ਚ, ਔਰ ਜ਼ਿਆਦਾ ਸਰਮਾਇਆ ਵੀ ਸਾਡੇ ਕੋਲੇ ਨਹੀਂ ਹੁੰਦਾ। ਸਾਡੀ ਸਿਲਾਈ ਮਸ਼ੀਨ ਇੰਡਸਟਰੀ ਨੂੰ ਮੈਂ ਸਮਝਦਾ ਕਿ ਪਹਿਲੇ ਨੰਬਰ ਦੇ ਉੱਤੇ ਹੀ ਝਟਕਾ ਜਿਹੜਾ ਹੈਗਾ ਉਹ ਪੈ ਜਾਂਦਾ, ਔਰ ਇਹ ਇੰਡਸਟਰੀ ਬੜੇ ਲੰਬਾ ਸਮਾਂ ਫਿਰ ਮੁੜ ਕੇ ਉੱਠਦੀ ਨਹੀਂ ਹੈ। ਸੋ ਸਰਕਾਰ ਨੂੰ ਕੋਈ ਰਾਹਤ ਦੇਣੀ ਚਾਹੀਦੀ ਸਿਲਾਈ ਇੰਡਸਟਰੀ ਨੂੰ। ਦੇਖੋ, ਸਰਕਾਰਾਂ ਤਾਂ ਅਸੀਂ ਤਾਂ ਸਮਝੋ ਕਿ ਬੜੀ ਵੱਡੀ ਇੱਕ ਕੀ ਕਹਿ ਸਕਦੇ, ਅਸੀਂ ਤਾਂ ਰੋਂਦੇ ਹੀ ਰਹਿੰਦੇ ਹਾਂ। ਔਰ ਸਰਕਾਰ ਸਾਨੂੰ ਕਹੇ ਤੁਸੀਂ ਸਾਡੇ ਕੋਲ ਆ ਕੇ ਦੁਖੀ ਹੋ ਕੇ ਆਉਂਦੇ ਹੋ। ਸਾਡਾ ਦੁਖੀ ਹੋਣਾ ਵਾਜਬ ਹੈ, ਕਿਉਂਕਿ ਬੜੇ ਘੱਟ ਮਾਰਜਨ ਤੇ ਚਾਈਨਾ ਵਰਗੇ ਵੱਡੇ ਦੇਸ਼ ਨਾਲ ਕੰਪੀਟੀਸ਼ਨ ਕਰਕੇ ਅਸੀਂ ਆਪਣੇ ਪ੍ਰੋਡਕਟ ਕੁਆਲਿਟੀ ਪ੍ਰੋਡਕਟ ਬਣਾ ਕੇ ਦਿੰਦੇ ਹਾਂ। ਅਸੀਂ ਅਗਰ ਚਾਈਨਾ ਨੂੰ ਫੇਲ ਕਰ ਪਾਉਂਦੇ ਹਾਂ ਤਾਂ ਕੇਵਲ ਤੇ ਕੇਵਲ ਅਸੀਂ ਆਪਣੀ ਕੁਆਲਿਟੀ ਉੱਤੇ ਫੇਲ ਕਰ ਪਾਉਂਦੇ ਹਾਂ। ਅਸੀਂ ਆਪਣੇ ਬਾਕੀ ਦੇ ਜਿਹੜੇ ਸਾਡੇ ਓਵਰਹੈਡਸ ਆ ਉਹਨਾਂ ਨੂੰ ਘਟਾ ਕੇ ਅਸੀਂ ਬਾਜ਼ਾਰ 'ਚ ਜਾ ਕੇ ਕੰਪੀਟ ਕਰਦੇ ਹਾਂ। ਤੇ ਜਦੋਂ ਸਾਨੂੰ ਡਿਊਟੀ ਡਰਾਬੈਕ ਦੀ ਸਹੂਲਤ ਨਹੀਂ ਮਿਲਦੀ, ਫਾਈਨੈਂਸ਼ੀਅਲ ਅਸਿਸਟੈਂਸ ਨਹੀਂ ਮਿਲਦੀ, ਜਾਂ ਜਿਹੜੀਆਂ ਹੋਰ ਟਫ ਵਰਗੀਆਂ ਸਕੀਮਾਂ ਦੇ ਵਿੱਚ ਸਾਨੂੰ ਸਿਲਾਈ ਮਸ਼ੀਨ ਇੰਡਸਟਰੀ ਨੂੰ ਬਾਹਰ ਰੱਖਿਆ ਜਾਂਦਾ, ਤੇ ਕੁਝ ਫਿਰ ਸਟੇਟ ਗਵਰਨਮੈਂਟ ਦੀਆਂ ਪਾਲਿਸੀਜ਼, ਸਟੇਟ ਗਵਰਨਮੈਂਟ ਨੇ ਸਮੇਂ-ਸਮੇਂ ਦੇ ਉੱਤੇ ਇਨਵੈਸਟ ਪੰਜਾਬ ਵਰਗੀਆਂ ਸਕੀਮਸ ਲਿਆਂਦੀਆਂ, ਬਟ ਮੈਂ ਸਮਝਦਾ ਕਿ ਅੱਜ ਵੀ ਨਾ ਤਾਂ ਰਾਈਟ ਟੂ ਬਿਜ਼ਨਸ ਐਕਟ ਦਾ ਕੋਈ ਬੈਨੀਫਿਟ ਮਿਲਦਾ, ਔਰ ਨਾ ਹੀ ਇਨਵੈਸਟ ਪੰਜਾਬ 'ਚ ਸਾਡੇ ਨੂੰ ਸਮਾਲ ਸਕੇਲ ਸੈਕਟਰ ਨੂੰ ਕੋਈ ਬੈਨੀਫਿਟ ਮਿਲਦਾ। ਕੇਵਲ ਤੇ ਕੇਵਲ ਜੇ ਮਿਲਦੀਆਂ ਤਾਂ ਬਿਊਰੋਕ੍ਰੈਟਿਕ ਜਿਹੜੀਆਂ ਸਾਨੂੰ ਘੁੰਮਣ ਘੇਰੀਆਂ, ਇੱਕ ਦਫ਼ਤਰ ਤੋਂ ਦੂਜੇ ਦਫ਼ਤਰ, ਦੂਜੇ ਤੋਂ ਤੀਜੇ ਦਫ਼ਤਰ, DTP ਦਫ਼ਤਰ ਹੀ ਨਹੀਂ ਸਾਨੂੰ ਤਾਂ ਮਾਣ ਹੈਗਾ ਜਿਹੜਾ ਸਾਨੂੰ ਕੋਈ ਕੰਮ ਕਰਨ ਦੇ ਦੇਵੇ। ਨਵੀਂ ਇੰਡਸਟਰੀ ਲਾਉਣੀ, ਫਿਰ ਆਪਣੀ ਜਿਹੜੀ ਸਾਨੂੰ ਸਭ ਤੋਂ ਵੱਡੀ ਨੀਡ ਹੈ ਸਾਡੀ ਬੇਸਿਕ ਰਾ ਮਟੀਰੀਅਲ ਦਾ ਪਾਵਰ, ਬਿਜਲੀ, ਔਰ ਸਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ 'ਚ, ਕਿਉਂਕਿ ਪੰਜਾਬ ਆਲਰੇਡੀ ਪਾਵਰ ਸਰਪਲਸ ਤੋਂ ਪਾਵਰ ਡੈਫੀਸਿਟ ਵੱਲ ਚਲਾ ਗਿਆ, ਹੋਣ ਵਾਲੀ ਸਰਕਾਰ ਸਾਨੂੰ ਕਿਸ ਤਰੀਕੇ ਨਾਲ ਪੈਡੀ ਸੀਜ਼ਨ ਦੌਰਾਨ ਬਿਜਲੀ ਦੇ ਪਾਊਗੀ, ਇਹ ਵੀ ਸਾਡੇ ਸਾਹਮਣੇ ਇੱਕ ਚੈਲੰਜ ਹੈ ਜਿਹਨੇ ਸਾਡੀ ਇਨਪੁਟ ਕਾਸਟ ਨੂੰ ਹੋਰ ਵਧਾਉਣਾ ਹੈ। ਇਸ ਕਰਕੇ ਸਮੱਸਿਆਵਾਂ ਹੀ ਸਮੱਸਿਆਵਾਂ ਆ। ਜੇ ਕੋਈ ਸਰਕਾਰ ਸੁਣ ਲਵੇ ਤਾਂ ਮੈਂ ਸਮਝਦਾ ਕਿ ਸ੍ਰੀਲੰਕਾ ਦਾ ਕ੍ਰਾਈਸਿਸ ਜਾਂ ਪਾਕਿਸਤਾਨ ਦਾ ਕ੍ਰਾਈਸਿਸ ਸਾਨੂੰ ਕੁਛ ਹੱਦ ਤੱਕ ਡਿਮਿਨਿਸ਼ ਹੋ ਸਕਦਾ, ਅਦਰਵਾਈਜ਼ ਤਾਂ ਪ੍ਰੋਬਲਮ ਹੈ ਹੀ ਹੈ। ਸੋ ਬਿਲਕੁਲ ਇਹ ਸਨ ਜਗਬੀਰ ਸਿੰਘ ਸੋਖੀ, ਜਿਵੇਂ ਕਿ ਦੱਸਿਆ ਕਿ ਸ਼੍ਰੀਲੰਕਾ 'ਚ ਐਮਰਜੈਂਸੀ ਜਿਹੜਾ ਐਲਾਨ ਕੀਤਾ ਗਿਆ, ਉਹਦੇ ਨਾਲ ਭਾਰਤ ਦਾ ਬਹੁਤ ਵੱਡਾ ਹਿੱਸਾ ਜਿਹੜਾ ਵਾ ਪੈਸਾ ਵਾ ਉਹ ਸ਼੍ਰੀਲੰਕਾ 'ਚ ਫਸ ਚੁੱਕਾ, ਕਿਉਂਕਿ ਪੰਜਾਬ ਦੀ ਵੱਡੀ ਇੰਡਸਟਰੀ ਜਿਹੜੀ ਆ ਸਿਲਾਈ ਇੰਡਸਟਰੀ ਲੁਧਿਆਣਾ ਤੋਂ ਜਿਹੜੀ ਚੱਲਦੀ ਆ, ਉਹ ਸ਼੍ਰੀਲੰਕਾ 'ਚ ਆਰਥਿਕ ਸੰਕਟ ਦੇ ਵਿੱਚ ਜੂਝ ਰਹੀ ਆ। ਸੋ ਦੱਸਿਆ ਕਿ 8 ਤੋਂ 10 ਕਰੋੜ ਜਿਹੜਾ ਵਾ ਲੁਧਿਆਣਾ ਦੀ ਇੰਡਸਟਰੀ ਦਾ ਜਿਹੜਾ ਵਾ ਉਹ ਉੱਥੇ ਫਸਿਆ ਹੋਇਆ ਵਾ। ਸੋ ਸਰਕਾਰ ਤੋਂ ਵੀ ਮਦਦ ਦੀ ਗੁਹਾਰ ਲਗਾਈ ਹੈ, ਭਾਰਤ ਸਰਕਾਰ ਤੋਂ ਵੀ ਅਪੀਲ ਕੀਤੀ ਹੈ ਕਿ ਸਿਲਾਈ ਇੰਡਸਟਰੀ ਨੂੰ ਕੁਝ ਰਾਹਤ ਜਿਹੜੀ ਆ ਜ਼ਰੂਰ ਦਿੱਤੀ ਜਾਵੇ ਤਾਂ ਕਿ ਆਰਥਿਕ ਸੰਕਟ ਜਿਹੜਾ ਵਾ ਬਚਿਆ ਜਾ ਸਕੇ। ਕੈਮਰਾਮੈਨ ਰਕੇਸ਼ ਦੇ ਨਾਲ ਨਰਿੰਦਰ ਮਹਿੰਦੂ, ਜਗਬਾਣੀ ਟੀਵੀ ਲੁਧਿਆਣਾ। ਦੇਸ਼ ਦੁਨੀਆ ਦੀ ਹਰ ਖਬਰ ਨਾਲ ਅਪਡੇਟ ਰਹਿਣ ਲਈ ਸਾਡੇ ਜਗਬਾਣੀ ਟੀਵੀ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਫੋਲੋ ਕਰੋ ਔਰ ਦੋਸਤਾਂ ਤੇ ਮਿੱਤਰਾਂ ਨਾਲ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਧੰਨਵਾਦ।